जी मान साहब दोबारा वाहे खालसा वाहिगुरू जी की फतेह। अज सर कवलजीत सिंह होना ने जो कि 328 ਸਰੂਪਾਂ ਦੇ ਕੇਸ ਦੇ ਵਿੱਚ ਸਿੱਖ ਜੁਡੀਸ਼ਲ ਕਮਿਸ਼ਨ ਦੇ ਸਾਹਮਣੇ ਅਸੀਂ ਜਿਹੜਾ ਲਾਇਆ ਉਹਦੇ ਵਿੱਚ ਇਹਨਾਂ ਨੇ ਸਰੂਪਾਂ ਦਾ ਅੱਗੇ ਭੇਜਣ ਦਾ ਇਹਨਾਂ ਦੇ ਉੱਤੇ ਇਲਜ਼ਾਮ ਲਾਇਆ ਹੈ। ਉਹਨਾਂ ਨੇ ਅਪਰੋਚ ਕੀਤਾ ਹੈ ਕਿ ਜਿਹੜੇ ਵੀ ਸਰੂਪ ਇਹਨਾਂ ਨੇ ਅੱਗੇ ਦਿੱਤੇ ਹੈ ਉਹਦੇ ਵਿੱਚ ਪਰਚੀਆਂ ਦੇ ਸਿਸਟਮ ਰਾਹੀਂ ਆਲੀ ਸਕੱਤਰ ਸਾਹਿਬ ਸਰ ਮਹਿੰਦਰ ਸਿੰਘ ਆਲੀ ਅਤੇ ਡਾਕਟਰ ਅਰੂਪ ਸਿੰਘ ਤੇ ਮਨਜੀਤ ਸਿੰਘ ਹੋਣਾ ਨੇ ਸਕੱਤਰਾਂ ਨੇ ਇਹਨਾਂ ਨੂੰ ਪਰਚੀਆਂ ਭੇਜਣੀਆਂ ਕਿ ਫਲਾਣੇ ਬੰਦੇ ਨੂੰ ਦੇ ਦਿਓ। ਉਹ ਪਰਚੀਆਂ ਦੇ ਅਧੀਨ ਇਹਨਾਂ ਨੇ ਸਰੂਪ ਦਿੱਤੇ ਤੇ ਜੇ ਇਹਨਾਂ ਨੇ ਗੱਲ ਕਹਿਣੀ ਕਿ ਰਜਿਸਟਰ ਤੇ ਚੜਾਈਏ ਨਾ ਚੜਾਈਏ ਉਹਦੇ ਉੱਤੇ ਲਿਖੀਏ ਨਾ ਲਿਖੀਏ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤੇ ਕਹਿਣਾ ਕਿ ਅਸੀਂ ਕਰਦੇ ਰਹਾਂਗੇ, ਤੈਨੂੰ ਕੀ ਫਰਕ ਪੈਂਦਾ ਹੈਗਾ। ਇਹਨਾਂ ਦੇ ਕਹਿਣ ਮੁਤਾਬਕ ਜਦ ਆਡਿਟ ਹੋਣਾ ਉਹਦਾ ਜਿਹੜੇ ਆਡਿਟਰ ਹੁੰਦੇ ਸੀ ਉਹਨਾਂ ਨੂੰ ਪਹਿਲਾਂ ਹੀ ਸਕੱਤਰਾਂ ਨੇ ਕਹਿ ਕੇ ਭੇਜਿਆ ਹੋਣਾ ਔਰ ਆਡਿਟ ਜਿਹੜਾ ਇਹਨਾਂ ਦਾ ਹਫਤੇ ਦਾ ਕਿ 2 ਹਫਤੇ ਦਾ ਹੁੰਦਾ ਸੀ, ਉਹ ਜੀ 15 ਦਿਨਾਂ ਬਾਅਦ ਹੁੰਦਾ, 2 ਹਫਤੇ ਬਾਅਦ ਜਿਹੜਾ ਆਡਿਟ ਹੁੰਦਾ ਸੀ ਉਹਦੇ ਵਿੱਚ ਵੀ ਸਕੱਤਰਾਂ ਨੇ ਆਪਣਾ ਸਾਰਾ ਕੁਝ ਕਲੀਅਰ ਕਰੀ ਜਾਣਾ ਔਰ ਜਿਹੜਾ ਸਾਲ ਬਾਅਦ ਹੋਣਾ ਸੀ ਜੋ ਕਿ 4-4 5-5 ਸਾਲ ਦੀ ਡਿਲੇ ਨਾਲ ਚੱਲਦਾ ਹੈ ਉਹਦੇ ਵਿੱਚ ਵੀ ਸਕੱਤਰਾਂ ਨੇ ਆਪਣੀ ਜ਼ਿੰਮੇਵਾਰੀ ਨਾਲ ਇਹ ਸਰੂਪ ਇਹਨਾਂ ਨੂੰ ਕਹਿ ਦੇਣਾ ਕਿ ਅਸੀਂ ਆਪੇ ਕਰਾਂਗੇ ਜਿਵੇਂ ਕਰਾਂਗੇ। ਇਹ ਕਹਿੰਦੇ ਆ ਕਿ ਇਹਨਾਂ ਨੇ ਉਹਨਾਂ ਦੇ ਭਰੋਸੇ ਜਿੱਦਾਂ ਜਿੱਦਾਂ ਕਿਹਾ ਉੱਦਾਂ ਕੀਤਾ ਔਰ ਅਖੀਰ 'ਚ ਜਦ ਇਹਨਾਂ ਦੀ ਰਿਟਾਇਰਮੈਂਟ ਆਈ ਜਿਹੜੀਆਂ ਪਰਚੀਆਂ ਭੇਜੀਆਂ ਸੀ ਤੇ ਜਿਹੜੀ ਇਹਨਾਂ ਨੇ ਡਾਇਰੀ ਮੇਨਟੇਨ ਕੀਤੀ ਸੀ ਸਕੱਤਰਾਂ ਨੇ ਕਿਹਾ ਕਿ ਅਸੀਂ ਉਹਦੇ ਪੈਸੇ ਭਰਾਂਗੇ ਔਰ ਇਹ ਸਾਰਾ ਮਸਲਾ ਖਤਮ ਕਰਾਂਗੇ। ਉਹ ਪਰਚੀਆਂ ਤੇ ਡਾਇਰੀ ਇਹਨਾਂ ਦੇ ਹੱਥੋਂ ਮੰਗ ਕੇ ਆਲੀ ਸਾਹਿਬ ਨੇ ਆਪਣੇ ਕੋਲੇ ਰੱਖ ਲਈਆਂ ਔਰ ਸਾਰੀ ਗਲਤੀ ਇਹਨਾਂ ਦੇ ਸਿਰ ਤੇ ਉੱਤੇ ਸੁੱਟਤੀ। ਇੱਥੇ ਤੱਕ ਕਿ ਵੀ ਕਿ ਜਿਹੜੇ ਇਹਨਾਂ ਨੇ ਬਿਆਨ ਦਿੱਤੇ ਉਸ ਤੋਂ ਉਪਰੰਤ ਜਿਹੜਾ ਮਹਿਤਾ ਮੈਂਬਰ ਹੈ ਐਗਜ਼ੈਕਟਿਵ ਦਾ ਉਹਨੇ ਇਹਨਾਂ ਨੂੰ ਘਰੇ ਬੁਲਾ ਕੇ ਆਖਿਆ ਕਿ ਤੇਰੇ ਹੱਥ 'ਚ ਹੈ, ਤੂੰ ਇਹਦਾ ਬਲੇਮ ਲੈ ਲੈ, ਅਸੀਂ ਇਹਦੇ ਪੈਸੇ ਤੇਰੇ ਪੂਰੇ ਕਰ ਦਾਂਗੇ। ਜਿਹੜਾ 5 ਲੱਖ ਜੁਰਮਾਨਾ ਹੈਗਾ ਉਹ ਸਕੱਤਰਾਂ ਹੋਰਾਂ ਨੇ ਕਿਹਾ ਕਿ ਤੂੰ ਆਪਦੇ ਸਿਰ ਲੈ ਲੈ ਔਰ ਅਸੀਂ ਤੈਨੂੰ ਦੂਣਾ ਤੀਣਾ ਪੈਸਾ ਇਹ ਫੜਾ ਦਾਂਗੇ। ਇਹਦੇ ਨਾਲ ਸਾਨੂੰ ਇਹ ਸਪਸ਼ਟ ਹੁੰਦਾ ਹੈ ਕਿ ਜਿਹੜੀ ਹਾਈ ਕਮਾਂਡ ਸੀਗੀ ਉਹ ਸਾਰੀ ਇਹਦੇ ਵਿੱਚ ਮੁਲੀ ਭੁਗਤ ਰੱਖਦੀ ਸੀਗੀ ਔਰ ਇਹ ਜਿਹੜਾ ਕੇਸ ਹੈਗਾ ਇਹ ਹੇਠਲੇ ਮੁਲਾਜ਼ਮਾਂ ਦੇ ਉੱਤੇ ਸੁੱਟ ਕੇ ਇਹਦਾ ਪੂਰਾ ਇਨਸਾਫ ਮਿਲ ਨਹੀਂ ਰਿਹਾ। ਜਿਹੜੀਆਂ ਇਨਕੁਆਇਰੀਆਂ ਹੋਈਆਂ ਜਿਹੜੇ ਮਾਫੀਨਾਮੇ ਹੋਏ ਆ ਉਹ ਆਪਸ ਦੇ ਵਿੱਚ ਮਿਲੀ ਭੁਗਤ ਨਾਲ ਹੋਏ ਆ ਤੇ ਅਸੀਂ ਇਹਨਾਂ ਦੇ ਬਿਆਨ ਲਿਖਾ ਕੇ ਹੁਣ ਜਿਹੜੇ ਪ੍ਰਧਾਨ ਹੈਗੇ ਆ ਮੌਕੇ ਤੇ ਧਾਮੀ ਸਾਹਿਬ ਉਹਨਾਂ ਕੋਲੇ ਲੈ ਕੇ ਜਾਵਾਂਗੇ ਤੇ ਮੰਗ ਰੱਖਾਂਗੇ ਕਿ ਆਲੀ ਸਾਹਿਬ ਦੀ ਜਿਹੜੀ ਰਿਟਾਇਰਮੈਂਟ ਹੈ ਜਿਹੜੇ ਹੋਰ ਸਕੱਤਰ ਹੈਗੇ ਆ ਉਹਨਾਂ ਦੀ ਇਨਵੋਲਵਮੈਂਟ ਦੇ ਉੱਤੇ ਵੀ ਪੂਰੀ ਪੁੱਛਗਿੱਛ ਹੋਣੀ ਚਾਹੀਦੀ ਹੈ ਤੇ ਇਹ ਕੋਈ ਸਿੰਪਲ ਕੇਸ ਨਹੀਂ ਹੈ, ਇਹਦੇ ਵਿੱਚ ਪੁਲਿਸ ਤੋਂ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਵੀ 328 ਸਰੂਪ ਗੁਰੂ ਸਾਹਿਬ ਦੇ ਸਾਨੂੰ ਪਤਾ ਨਹੀਂ ਕਿੱਥੇ ਗਏ ਹੋਏ ਹੈਗੇ ਆ। ਇਹ ਮੈਨੂੰ ਲੱਗਦਾ ਹੈਗਾ ਕਿ ਕਵਰ ਅਪ ਹੋ ਰਿਹਾ ਔਰ ਇਹ ਆਪਣੇ ਹੁਣ ਬਿਆਨ ਆਪ ਜੀ ਨੂੰ ਆਪ ਕਰਦੇ ਆ। ਇਹਨਾਂ ਤੋਂ ਪੁੱਛ ਲਓ ਜੋ ਤੁਸੀਂ ਸਵਾਲ ਪੁੱਛਣੇ ਆ, ਸਾਨੂੰ ਪੁੱਛ ਲਓ ਜਿੱਦਾਂ ਵੀ ਤੁਸੀਂ ਠੀਕ ਸਮਝਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਨਹੀਂ ਚੱਲ ਕੇ ਸਾਡੀ ਪੁਕਾਰ ਸੁਣੀ ਹੈ। 31 ਮਈ 2020 ਦੇ ਵਿੱਚ ਰਿਟਾਇਰਮੈਂਟ ਹੋਇਆ। ਰਾਤ ਦੀ ਡਿਊਟੀ 5 ਸਰੂਪਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਤੇ ਰਾਮਸਰ ਸਾਹਿਬ ਵਿਖੇ। ਜਿਸ ਤਰ੍ਹਾਂ ਮੈਨੂੰ ਇਹ ਸਕੱਤਰ ਕਹਿੰਦੇ ਰਹੇ ਆ ਉਸੇ ਤਰ੍ਹਾਂ ਮੈਂ ਇਹਨਾਂ ਦੇ ਹੁਕਮ ਮੰਨਦਾ ਰਿਹਾ ਵਾਂ ਤੇ ਡਿਊਟੀ ਕਰਦਾ ਰਿਹਾ ਵਾਂ। ਗੁਰੂ ਦਾ ਭੈ ਰੱਖ ਕੇ ਮੈਂ ਡਿਊਟੀ ਕੀਤੀ ਆ। ਇਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਸੀ ਕਿ ਅਸੀਂ ਤੇਰੀ ਵਾਲ ਨਹੀਂ ਗਾਉਣ ਦਿੰਦੇ, ਤੈਨੂੰ ਅਖੀਰ ਤੇ ਸਾਰੇ ਤੇਰੇ ਜਿਹੜੇ ਸਰੂਪ ਹੈ ਪੂਰੇ ਕਰ ਦਾਂਗੇ। ਜਿਹੜੇ ਬੰਦੇ ਆਉਂਦੇ ਸੀ ਉਹ ਟੈਲੀਫੋਨ 'ਤੇ ਮੇਰੇ ਨਾਲ ਗੱਲ ਕਰਾ ਦਿੰਦੇ ਸੀ ਵੀ ਆਹ ਕਵਲਜੀਤ ਸਿੰਘ ਜੀ ਗੱਲ ਕਰੋ। ਜੇ ਕਦੀ ਆਲੀ ਨਾ ਕਰਾ ਦੇਣੀ, ਕਦੀ ਮਨਜੀਤ ਸਿੰਘ ਨੇ, ਕਦੀ ਰੂਪ ਸਿੰਘ ਨੇ ਕਰਾ ਦੇਣੀ। ਇਹਨਾਂ ਆਖਣਾ ਵੀ ਤੂੰ ਲਿਖੀ ਜਾ, ਆਪਣੇ ਰੱਖੀ ਜਾ, ਇੱਕ ਡਾਇਰੀ ਲਾ ਲਾ ਤੇ ਇੱਕ ਪਰਚੀਆਂ ਰੱਖੀ ਜਾ, ਜੋ ਅਸੀਂ ਤੈਨੂੰ ਦੱਸਾਂਗੇ ਉਸ ਤਰ੍ਹਾਂ ਜਿਹੜੀ ਤਰੀਕ 'ਤੇ ਰੱਖੀ ਗਈ ਜੀ। ਉਹਦੇ ਵਿੱਚ ਇਹਨਾਂ ਨੇ ਅਖੀਰ 'ਤੇ ਮੇਰੇ ਕੋਲ
ਪਹਿਲਾਂ ਮੈਂ 15-20 ਦਿਨ ਜਾਂਦਾ ਰਿਹਾ ਵਾਂ ਸਕੱਤਰ ਕੋਲ, ਜਦੋਂ ਮੇਰੀ ਰਿਟਾਇਰਮੈਂਟ ਤੋਂ ਪਹਿਲਾਂ 15 ਦਿਨ ਜਾਂਦਾ ਰਿਹਾ ਵਾਂ ਕਿ ਇਸ ਵਾਲੇ ਦਫ਼ਤਰੇ ਵੀ ਮੇਰੀ ਸੁਣੋ, ਮੇਰਾ ਕਿਸੇ ਪਾਸੇ ਕੇਸ ਲਾਓ, ਮੇਰੇ ਨਿਬੇੜੋ ਸਰੂਪ ਜਿਹੜੇ ਹੈਗੇ ਆ। ਅੱਜ ਕਰਦੇ ਹਾਂ, ਕੱਲ੍ਹ ਕਰਦੇ ਹਾਂ, ਕਦੀ ਕੋਈ ਅੱਗੇ ਕਦੀ ਕੋਈ, ਅਖੀਰ ਤੇ ਮੈਨੂੰ ਸ਼ਾਮਾਂ ਨੂੰ ਕਹਿ ਦੇਣਾ ਕੋਈ ਨਹੀਂ ਕੱਲ੍ਹ ਕਰ ਦਾਂਗੇ ਜੀ, ਕੱਲ੍ਹ ਨੂੰ ਫਿਰ ਕੋਈ ਬਾਹਰ ਚੱਲ ਜਾਣਾ, ਮੀਟਿੰਗ ਚੱਲ ਕਦੀ ਕਿਤੇ ਚੱਲ ਜਾਣਾ, ਇਸ ਤਰ੍ਹਾਂ ਮੇਰੇ ਦੇਣ ਲਾਂਗੇ। ਅਖੀਰ ਇਹਨਾਂ ਤੀਜੇ ਦਿਨ 1 ਦਿਨ 3 ਦਿਨ ਰਹਿੰਦੇ ਹੀ ਮੇਰੇ ਕੋਲ ਸਾਰੀਆਂ ਪਰਚੀਆਂ ਲੈ ਲਈਆਂ, ਡਾਇਰੀ ਲੈ ਲਈ ਕਿ ਵੀ ਤੇਰੇ ਖਰਚ ਪਾ ਦਈਏ, ਤੇਰਾ ਕੰਮ ਨਿਬੇੜ ਦਈਏ। ਭਰੋਸੇ 'ਚ ਲਿਆ ਮੈਨੂੰ ਇਹਨਾਂ ਨੇ ਪੂਰਾ, ਅਤੇ ਕਹਿੰਦੇ ਵੀ ਤੇਰੇ ਰਿਟਾਇਰਮੈਂਟ ਹੋ ਰਿਹਾ, ਤੇਰਾ ਜਾਣਾ ਕੁਛ ਨਹੀਂ ਗਾ, ਅਤੇ ਸਾਨੂੰ ਜੇ ਸਾਡੇ ਸਾਰੀ ਆਫਤ ਆਉਂਦੀ ਹੈ ਤਾਂ ਤੂੰ 5 ਲੱਖ ਰੁਪਈਆ ਆਪਣੇ ਫੰਡਾਂ 'ਚੋਂ ਕਟਾ ਦੇ, ਲਿਖ ਕੇ ਦੇ ਦੇ। ਮੇਰੇ ਕੋਲ ਲਿਖਾ ਲਿਆ ਇਹਨੇ, ਮਿੱਠੀਆਂ ਗੋਲੀਆਂ ਦੇ ਕੇ ਦਬਾਅ ਪਾ ਕੇ। ਕਿੰਨੇ? ਇਹਨਾਂ ਮਹਿੰਦਰ ਸੋਹਣਾ ਜੀ, ਸਰੂਪ ਸਿੰਘ, ਮਨਜੀਤ ਸੋਹਣਾ, ਅਤੇ ਜਾਂ ਨਾਲ ਇਹ ਦੂਜਾ ਹੀ ਆਪਣੇ ਜਿਹੜਾ ਮੈਨੇਜਰ ਪ੍ਰਤਾਪ ਸਿੰਘ, ਦੂਜਾ ਸਾਰੇ ਬੰਦੇ ਸੁਖਦੇਵ ਸਿੰਘ ਪੂਰਾ, ਸਾਰੇ ਬੰਦਿਆਂ ਨੇ ਲਿਖਾ ਲਿਆ ਇਹਨਾਂ ਮੇਰੇ ਕੋਲ ਕਹਿ ਕਹਾ ਕੇ। ਅਤੇ ਮੁੜ ਕੇ ਅਖੀਰ ਵਾਲੇ ਦਿਨ ਜੀ ਇਹਨਾਂ ਮੈਨੂੰ ਇੰਨਾ ਦਲੀਲ ਕੀਤਾ ਵਾ ਕਿ ਮੈਂ ਰੋ ਰੋ ਕੇ ਗਿਆ ਘਰ। ਫਲੈਂਗ ਵਾਲਿਆਂ ਨੇ ਮੈਨੂੰ ਪੁੱਛ-ਗਿੱਛ ਕੀਤੀ, ਕਿੱਥੇ ਕਿੱਥੇ ਸਰੂਪ ਭੇਜੇ। ਮੈਂ ਕਿਹਾ ਜੀ ਜਿਨ੍ਹਾਂ ਦਿੱਤੇ ਉਹਨਾਂ ਨੂੰ ਪੁੱਛੋ, ਮੈਨੂੰ ਕਿਉਂ ਪੁੱਛਦੇ ਜੇ ਤੁਸੀਂ ਬੰਦਿਆਂ ਨੂੰ ਜੀ ਕੰਮ ਕਰਦੇ ਤਾਂ ਮੈਂ ਇੱਥੇ 8-10 ਵਜੇ ਤੱਕ ਬਹਿਣ ਨੂੰ ਤਿਆਰ ਹਾਂ, ਪਰ ਮੈਨੂੰ ਚੈੱਕ ਦਿਓ ਨਾਲ ਹੀ ਕੱਟ ਕੇ। ਮੇਰੀ ਅੱਜ ਰਿਟਾਇਰਮੈਂਟ ਆ, ਮੈਨੂੰ ਚੈੱਕ ਦਿਓ ਕੱਟ ਕੇ, ਤੁਹਾਨੂੰ ਸਾਰਾ ਸਰੂਪ ਹਿਸਾਬ ਦਾ ਉਹਨਾਂ ਕੋਲੋਂ ਜਿਨ੍ਹਾਂ ਤੁਹਾਨੂੰ ਦਿੱਤੇ ਸਰੂਪ। ਮੈਨੂੰ ਕੀ ਕਹਿੰਦੇ ਜੀ ਇਹਦੇ ਵਿੱਚ, ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਗਾ। ਅਖੀਰ ਆਲੀ ਨੇ ਮੈਨੂੰ ਪੌਣੇ 4 ਵਜੇ ਸੱਦਿਆ ਵੀ ਆ ਇੱਧਰ, ਅਤੇ ਮੁੜ ਕੇ ਉਹਨੂੰ ਦਾ ਵੀ ਜਾ ਭੱਜਾ ਤੂੰ ਹੁਣ ਘਰ ਨੂੰ ਭੱਜ। ਜਦੋਂ ਕਿ ਮੈਨੂੰ ਬਾਰ-ਬਾਰ ਟੈਲੀਫੋਨ ਦਫ਼ਤਰ ਵੀ ਆਉਂਦੇ ਰਹੇ, ਘਰੋਂ ਵੀ ਆਉਂਦੇ ਰਹੇ ਵੀ ਤੂੰ ਆਉਂਦਾ ਨਹੀਂ। ਮੈਂ ਕਿਹਾ ਮੈਨੂੰ ਛੱਡਣ ਕਿਦੋਂ ਮੈਂ ਆਊਂਗਾ। ਇਹਨਾਂ ਨੇ ਮੈਨੂੰ ਇਸ ਤਰ੍ਹਾਂ ਉਹ ਦਲੀਲ ਕੀਤਾ ਜਿਸ ਤਰ੍ਹਾਂ ਇਹਦਾ ਤਾਂ ਬੱਕਰੇ ਨੂੰ ਨਹੀਂ ਕਰਦੇ, ਉਹ ਵੀ ਘੇਰਾਂ ਝਟਕਾ ਦਿੰਦੇ, ਮੈਨੂੰ ਕਿਹਨੇ ਮਾਰ ਦਿੰਦੇ, ਮੈਨੂੰ ਬਾਰ-ਬਾਰ ਤਾਂ ਨਾ ਕਮ ਸੇ ਕਮ ਦਲੀਲ ਕਰਦੇ। ਇਹਨਾਂ ਨੂੰ ਤੁਹਾਡੇ ਕੋਲ ਪਰਚੀਆਂ ਹੈਗੀਆਂ ਸੀ ਜਾਂ ਟੈਲੀਫੋਨ ਤੇ ਗੱਲ ਦਾ ਮਤਲਬ ਤੁਹਾਨੂੰ ਪਤਾ ਸੀਗਾ ਕਿ ਨੇ ਵੇਖੋ ਜਿਹੜਾ ਵੀ ਬੰਦਾ ਆਉਂਦਾ 4-5 ਬੰਦੇ ਜਿਹੜੇ ਆਉਂਦੇ ਸੀ ਨਾ ਜੀ ਸਰੂਪ ਲੈਣ ਵਾਸਤੇ ਗੁਰਸਿੱਖ, ਉਹ ਆਉਂਦੇ ਆਪਣੇ ਟੈਲੀਫੋਨ ਤੋਂ ਮੇਰੇ ਨਾਲ ਗੱਲ ਕਰਾਉਂਦੇ ਸੀ, ਮੇਰੀ ਗੱਲ ਕਰਾਉਂਦੇ ਸੀ ਆਲੀ ਸਾਹਿਬ ਨਾਲ ਜਾਂ ਮਨਜੀਤ ਸਿੰਘ ਨਾਲ ਜਾਂ ਰੂਪ ਸਿੰਘ ਨਾਲ, ਵੀ ਉਹ ਆਉਂਦੇ ਇੱਕ ਸਰੂਪ ਦੇ 2 ਸਰੂਪ ਦੇ ਦੇ। ਅਖੀਰ ਤੇ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਮੇਰੇ ਕੋਲ ਪਰਚੀਆਂ ਖੋਲ੍ਹੀਆਂ ਨੇ, ਉਹ ਵੀ ਮੈਂ ਫੋਟੋ ਕਾਪੀ ਕਰਾਈ ਹੁੰਦੀ ਤਾਂ ਮੈਨੂੰ ਅੱਜ ਨੂੰ ਅੰਦਰ ਹੋਏ ਹੁੰਦੇ। ਮੈਂ ਸਿਰਫ ਉਹ ਦੱਸਿਆ ਜਿਸ ਤਰ੍ਹਾਂ ਮੈਂ ਉਹਨਾਂ ਵੀ ਮੈਂ ਸਾਫ਼ ਹੈ, ਇਸ ਤਰ੍ਹਾਂ ਹੀ ਮੈਂ ਸਮਝਦਾ ਵੀ ਇਹ ਵੀ ਸਾਰੇ ਸਾਫ਼ ਸੀ, ਪਰ ਮੈਨੂੰ ਨਹੀਂ ਪਤਾ ਮੇਰੇ ਨਾਲ ਅਖੀਰ ਇਹਨਾਂ ਧੋਖਾ ਕਰ ਦੇਣਾ। ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਵਾ, ਅਤੇ ਪ੍ਰੈਸ਼ਰ ਬਣਾਉਂਦੇ ਰਹੇ। ਜਿਸ ਦਿਨ ਜਾਂਚ ਕਮੇਟੀ 'ਤੇ ਵੀ ਪ੍ਰੈਸ਼ਰ ਜਾ ਕੇ ਅੰਦਰ ਸਾਰੇ ਜਾਂਦੇ ਰਹੇ ਨੇ, ਅਤੇ ਮੇਰੇ 'ਤੇ ਪੂਰਾ ਦਬਦਬਾ ਰੱਖਦੇ ਰਹੇ ਆ ਵੀ ਕਿਸ ਤਰ੍ਹਾਂ ਮੰਨ ਜਾਵੇ, ਕੋਈ ਗੱਲ ਕਰ ਜਾਵੇ, ਪਰ ਮੈਂ ਡਰਦਾ ਹੀ ਰਿਹਾ ਵਾਂ। ਡਰਦੇ ਮੈਂ ਚੁੱਪ ਕਰਦਾ ਰਿਹਾ, ਕਦੀ ਕੋਈ ਗੱਲ ਹੀ ਨਹੀਂ ਹੁੰਦੀ ਰਹੀ। ਮੈਨੂੰ 5-6 ਵਾਰੀ ਸੱਦਿਆ ਮੈਨੂੰ ਘੱਲੋ ਘੱਟ, ਜਿਹੜਾ ਸੀ ਆਪਣਾ ਜੀ ਜਾਂਚ ਕਮੇਟੀ ਈਸ਼ਰ ਸਿੰਘ ਵਾਲਾ, ਫਿਰ ਉਹਨੂੰ ਮੈਂ ਲਿਖ ਕੇ ਦਿੱਤਾ ਵਾ। ਮੈਂ ਕਿਹਾ ਵੀ ਇਹ ਬਾਜ ਸਿੰਘ ਜਿਹੜਾ ਸਰੂਪ ਲੈ ਕੇ ਜਾਂਦਾ ਰਿਹਾ ਵਾ, ਇਹ ਵੱਖ-ਵੱਖ ਸਾਲਾਂ 'ਚ ਗਿਆ, 13-14 ਅਤੇ 14-15 'ਚ ਗਿਆ ਵਾ, ਇਹਦੇ ਬਿੱਲ ਵੀ ਹੈਗੇ ਆ। ਅਤੇ ਇਹਨਾਂ ਨੇ ਜਿਹੜੀ ਹੈਗੀ ਆਪਣੀ ਫਲਾਇੰਗ ਸਕੁਆਡ, ਇਹਨਾਂ ਨੇ ਸਾਡੀ ਇਨਕੁਆਇਰੀ ਵੀ ਕੀਤੀ ਹੈ, ਉਹਦੇ ਵਿੱਚ ਦੋਸ਼ੀ ਪਾਇਆ ਉਹਨੂੰ, ਅਤੇ ਮੈਨੂੰ ਇਹਨਾਂ ਇਹੋ ਆਖਿਆ ਵੀ ਇਹ ਜੀ ਇਹਨਾਂ ਨੂੰ ਬਦਲ ਦਿੱਤਾ ਜਾਵੇ ਇੱਥੋਂ, ਅਤੇ ਇਹਨਾਂ ਨਾ ਬਦਲਿਆ, ਮੈਨੂੰ ਨਾ ਕੁਛ ਕੀਤਾ ਵਾ। ਅਤੇ ਮਨਜੀਤ ਸਿੰਘ ਨੇ ਕੋਈ ਗੱਲ ਨਹੀਂ ਸੁਣੀ, ਉਹਨੇ ਸਿੱਧਾ ਕਹਿ ਤਾ ਵੀ ਜਿਹੜਾ ਪਹਿਲੇ 5 ਲੱਖ 'ਚੋਂ ਤੈਨੂੰ 1 ਲੱਖ ਤੇ 68,000 ਮੇਰੇ ਕੋਲ ਕਟਾ ਲੈਣਾ, ਤੀਜਾ ਹਿੱਸਾ ਬਾਕੀ ਉਹਦੇ ਪਾਏ ਆ। ਪਰ ਨਜਾਇਜ਼ ਤੌਰ 'ਤੇ ਮੈਂ 1 ਰੁਪਈਏ ਦਾ ਰਵਾਦਾਰ ਨਹੀਂ ਹਾਂ। ਹੁਣ ਵੀ ਕਹਿੰਦਾ, ਮੈਂ ਪਹਿਲਾਂ ਵੀ ਉਹ ਗੱਲ ਕਹੀ ਸੀ ਵੀ ਜਿੱਥੇ ਮੈਨੂੰ ਕੋਈ ਮੇਰੇ ਸਬੂਤ ਕਰਦੇ ਵੀ ਕਵਲ ਜਿਸ ਨੇ ਫਰੀ ਸੂਪ ਦਿੱਤਾ ਵਾ, ਸੰਗਤ ਜਿੱਥੇ ਮੈਨੂੰ ਕਹੋ ਮੈਂ ਉੱਥੇ ਹਾਜ਼ਰ ਹੋ ਜਾਊਂਗਾ। ਉੱਥੇ ਮੈਨੂੰ ਜੋ ਵੀ ਸੰਗਤ ਸਜ਼ਾ ਦੇਵੇ ਮੈਨੂੰ ਮਨਜ਼ੂਰ ਆ, ਅਦਾਲਤ ਸਜ਼ਾ ਦੇਵੇ ਮੈਨੂੰ ਉਹ ਵੀ ਮਨਜ਼ੂਰ ਆ, ਪਰ ਮੈਂ ਕੋਈ ਸਬੂਤ ਦੱਸ ਵੀ ਕਵਲਜੀਤ ਸਿੰਘ ਨੇ ਆਣ ਕੇ ਹਟੋ ਪੈਸੇ ਲੈ ਲਿਆ ਅਤੇ ਸਰੂਪ ਦੇ ਦਿੱਤਾ ਅਤੇ ਪਰਚੀ ਨਹੀਂ ਦਿੱਤੀ ਇਹਨਾਂ ਨੇ। ਜਿਹੜੇ ਪਰਚੀ ਲੈ ਕੇ ਆਏ ਸੀ ਉਹਨਾਂ 'ਚੋਂ ਕੋਈ ਮੋਨੇ ਵੀ ਸੀਗੇ ਅਤੇ ਕੇਸ ਕੱਟੇ ਹੋਏ ਵੀ ਸੀਗੇ? ਨਹੀਂ ਜੀ, ਇਹਨਾਂ ਨੇ ਮਤਲਬ ਕੋਈ ਦਾੜੀ ਕੱਟੀ ਵਾਲਾ ਆ ਜਾਂਦਾ, ਪੱਗ ਸਾਰੀਆਂ ਬੱਦੀਆਂ ਸੀ, ਕੋਈ ਦਾੜੀ ਕੱਟੀ ਵਾਲਾ, ਕੋਈ ਰੱਖੀ ਵਾਲਾ ਆ ਜਾਂਦਾ ਸੀ, ਅਤੇ ਹੈਗੇ ਮਤਲਬ ਜਿਹੜੇ ਸੀ ਮਾਝੇ ਦੇ ਬਹੁਤ ਘੱਟ ਸੀ। ਠੀਕ, ਕਿਹੜੇ ਪਾਸੇ ਗਏ ਜ਼ਿਆਦਾ ਸੀ? ਇਹ ਮਾਝੇ ਤੋਂ ਬਾਹਰ ਦੇ ਬੰਦੇ ਹੁੰਦੇ ਬੋਲੀ। ਮਾਝੇ ਤੋਂ ਬਾਹਰ ਕਿੱਥੇ? ਦੁਆਬੇ 'ਚ, ਵਿੱਚ ਇੱਧਰ ਹੈ ਜੀ, ਜਾਂ ਬਾਹਰ ਜਿਸ ਤਰ੍ਹਾਂ ਪੰਜਾਬ ਤੋਂ ਬਾਹਰ, ਆਊਟ ਆਫ ਸਟੇਟ ਵੀ ਆਉਂਦੇ ਹੋਣਗੇ। ਪੰਜਾਬ ਤੋਂ ਬਾਹਰ ਹੀ ਲਾ ਜਦੋਂ ਮੰਨ ਲਓ ਵੀ ਜਿਹੜੀ ਬੋਲੀ ਤੋਂ ਪਤਾ ਲੱਗਦਾ ਵੀ ਮਲਵਈ ਜੇ ਦੂਜੇ ਆ, ਬਸ ਉਹ ਮਾੜਾ ਮੋਟਾ ਅੱਛਾ, ਇਹਦੇ ਵਿੱਚ ਸੁਖਦੇਵ ਸਿੰਘ ਭੌਰ ਦੇ ਨਾਂ ਦੇ ਉੱਤੇ ਵੀ ਕੁਝ ਸਰੂਪ ਬੋਲਦੇ ਨੇ? ਸੁਖਦੇਵ ਸਿੰਘ ਭੌਰ ਦੇ ਨਾਂ ਦੇ ਪ੍ਰਧਾਨ ਸਾਹਿਬ ਮੱਕੜ ਜਿਹੜਾ ਸੀ ਉਦੋਂ, ਉਸ ਟਾਈਮ ਉਹਨਾਂ ਨੇ ਉਦੋਂ ਕਿਤੇ ਦਿੱਤੇ ਆ ਜੀ। ਕਿੰਨੇ? ਉਹ 30 ਸਰੂਪ ਕਿ 40 ਸਰੂਪ? 30-40 ਸਰੂਪ। ਹਾਂਜੀ ਉਹਦੇ ਵਿੱਚ ਉਹ ਇਨਵੋਲਵ ਨੇ, ਉਹ ਵੀ ਇਹਨਾਂ ਨੇ ਆਪਣੀ ਚੁੱਪ ਕਰਕੇ ਗੱਡੀ ਤੋੜ ਦਿੱਤੀ ਆ।
ਕਿ ਆਪਾਂ ਸਾਹਿਬ ਬਿੱਲ ਕਰ ਦਿੰਦੇ, ਬਾਅਦ 'ਚ ਕਰ ਦਾਂਗੇ ਬਿੱਲ ਨੂੰ ਜਾਣ ਦੇ ਪ੍ਰਧਾਨ ਸਾਹਿਬ ਨੇ ਕਿਹਾ। ਠੀਕ ਪ੍ਰਧਾਨ ਸਾਹਿਬ ਤਾਂ ਰਹੇ ਨਹੀਂ ਤੇ ਨਾ ਉਹਨਾਂ ਦੀ ਇਨਕੁਆਇਰੀ ਹੋਈ ਤੇ ਠੀਕ ਨਾ ਕਿਸੇ ਨੂੰ ਪੁੱਛਿਆ ਉਹਨਾਂ ਨੇ। ਕਰਨਾ ਵਾ। ਤੇ ਇੱਕ ਸਰਦਾਰ ਜਿਹੜਾ ਆਪਣਾ ਗੁਰਬਚਨ ਸਿੰਘ ਅਮੀਰ ਸਕੱਤਰ, ਮੇਰੀ ਰਿਟਾਇਰਮੈਂਟ ਤੋਂ ਬਾਅਦ ਇਹਨਾਂ 125 ਸਰੂਪ ਦਰਮਿਆਨੇ ਸਰ ਮਹਿੰਦਰ ਸਿੰਘ ਆਲੀ, ਮਨਜੀਤ ਸਿੰਘ ਸਕੱਤਰ ਤੇ ਰੂਪ ਸਿੰਘ ਸਕੱਤਰ ਦੇ ਕਹਿਣ ਤੇ ਤਿਆਰ ਕੀਤੇ ਆ ਉਹ ਵਿੱਚ ਰੱਖਣ ਲਈ ਵੀ ਅਸੀਂ ਆ ਕਵਾਂਗੇ ਜੀ ਜਿਹੜੇ ਰਜਿਸਟਰ ਅਸੀਂ ਚੈੱਕ ਕੀਤੇ ਆ ਜੀ ਉਹ ਭੁਲੇਖਾ ਨਿਕਲ ਗਿਆ, ਇੰਨੇ ਸਰੂਪ ਇੰਨੇ ਘਟਾ ਦਿਓ ਵਿੱਚੋਂ। ਜਾਣ ਕੇ ਜਦੋਂ ਪਹਿਲੋਂ ਕਿ ਨਹੀਂ ਤਿਆਰ ਕਰ ਸਕਿਆ, ਜਦੋਂ ਇਹਨਾਂ ਨੂੰ ਮੈਂ ਹੱਥ ਜੋੜਿਆ ਉਦੋਂ ਸਰੂਪ ਨਹੀਂ ਤਿਆਰ ਕਰਕੇ ਦਿੱਤੇ, ਬਾਅਦ 'ਚ ਤਿਆਰ ਕਰਕੇ ਦਿੱਤੇ ਜਦੋਂ ਅਖਬਾਰਾਂ 'ਚ ਆ ਗਿਆ ਵਾ। ਅਖਬਾਰਾਂ 'ਚ ਮੈਂ ਦਿੱਤਾ ਵਾ, ਮੇਰਾ ਹਿਰਦਾ ਜਿਹੜਾ ਸੀ ਬਹੁਤ ਦੁਖੀ ਹੁੰਦਾ ਸੀ ਮੇਰਾ। ਮੈਂ ਕਹਿਣਾ ਕਿ ਗੁਰੂ ਸਾਹਿਬ ਦਾ ਇਨਸਾਫ ਮਿਲਣਾ ਚਾਹੀਦਾ, ਮੈਨੂੰ ਰੁਪਈਆ ਮਿਲੇ ਜਾਂ ਨਾ ਮਿਲੇ, ਮੈਨੂੰ ਪੈਸਿਆਂ ਦਾ ਵਾਸਤਾ ਨਹੀਂ, ਮੈਨੂੰ ਗੁਰੂ ਸਾਹਿਬ ਨਾਲ ਵਾਸਤਾ। ਇਹ ਜਿਹੜੇ ਅਦਾਲਤ 'ਚੋਂ ਬਹਾਲ ਹੋ ਕੇ ਆਏ ਨੇ ਇਹਨਾਂ ਬਾਰੇ ਤੁਹਾਡੀ ਕੀ ਰਾਏ? ਫਾਜ਼ ਸਿੰਘ, ਗੁਰਬਚਨ ਸਿੰਘ ਤੇ ਦਲਬੀਰ ਸਿੰਘ ਦੇ ਬਾਰੇ? ਇਹ ਜੀ ਦਫ਼ਤਰ ਵਾਲਿਆਂ ਨੂੰ ਪਤਾ ਇਹਨਾਂ ਨੇ ਕੀ ਕੀਤਾ ਨਾ ਕੀ ਨਹੀਂ ਕੀਤਾ। ਜਿਹੜਾ ਮੇਰੇ ਨਾਲ ਮੈਂ ਆਪਣੀ ਜਾਣਕਾਰੀ ਦੇ ਰਿਹਾ ਵਾਂ। ਬਾਦ ਸਿੰਘ ਨੇ ਤੁਹਾਨੂੰ ਦੱਸਿਆ ਵੀ ਵੱਖ ਬਿੱਲਾਂ ਦੇ ਪੈਸੇ ਜਮ੍ਹਾਂ ਕਰਾਏ ਆ, ਫਲੈਂਗ ਵਾਲਾ ਰਿਪੋਰਟ ਕੀਤੀ, ਉਹ ਸਾਰਾ ਸਾਬਤ ਹੋਇਆ ਉੱਥੇ, ਉਹਦੇ ਵਿੱਚ ਵੇਰਵਾ ਵੀ ਦਿੱਤਾ ਵਾ। ਦਫ਼ਤਰ ਨੂੰ ਤੁਸੀਂ ਪੁੱਛ ਸਕਦੇ ਜਾ ਕੇ, ਰਸੀਦਾਂ ਨੰਬਰ ਪਤਾ ਲੱਗ ਸਕਦਾ ਤੁਹਾਨੂੰ। ਮੇਰੇ ਇਹਨਾਂ ਤਨਖਾਹ 'ਚੋਂ ਕੱਟੇ ਜਿਹੜੇ ਪੈਸੇ ਕੱਟੇ ਆ 68,000, ਮੇਰੇ 3 ਤਨਖਾਹਾਂ ਬੰਦ ਕਰਕੇ ਪੈਸੇ ਕੱਟੇ ਆ। ਮੈਂ ਇਹਨਾਂ ਘੜੀ ਹੱਥ ਹੀ ਜੋੜਦਾ, ਫਿਰ ਮੈਨੂੰ ਪੇਸ਼ਗੀ ਦੇ ਦਿਓ, ਮੇਰਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਫਿਰ ਮੈਨੂੰ ਪੇਸ਼ਗੀ ਦਿੰਦੇ ਰਹੇ ਨੇ, ਇਹ ਨਹੀਂ ਵੀ ਨਹੀਂ ਦਿੰਦੇ ਰਹੇ, ਮੈਨੂੰ ਪੇਸ਼ਗੀ ਦਿੰਦੇ, ਸਭ ਕੁਛ ਕਰਦੇ ਰਹੇ। ਮੈਂ ਤਨਖਾਹ ਦਾ ਗੁਜ਼ਾਰਾ ਹੈ ਜੀ ਮੇਰਾ। ਤੇ ਮੈਂ ਉਸ ਟਾਈਮ ਤਾਂ ਨਹੀਂ ਬੋਲਿਆ। ਉਦੋਂ ਕਹਿੰਦੇ ਲੋਕ ਸਵਾਲ ਕਰਦੇ ਵੀ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ? ਮੈਂ ਤਾਂ ਨਹੀਂ ਬੋਲਿਆ, ਮੇਰਾ 37 ਸਾਲ ਜਿਹੜੀ ਸਰਵਿਸ ਉਹ ਮਿੱਟੀ 'ਚ ਪੈਂਦੀ ਸੀ। ਇਹਨਾਂ ਉਸੇ ਵੇਲੇ ਮੈਨੂੰ ਸਸਪੈਂਡ ਕਰ ਦੇਣਾ ਸੀ। ਇਹਨਾਂ ਨੇ ਆਪਣੇ ਬਚਾਅ ਵਾਸਤੇ ਮੇਰੇ ਤੇ ਸਾਰਾ ਘਪੜਾ ਸੁੱਟ ਦਿੱਤਾ ਜੀ। ਤੇ ਮੈਂ ਮੇਰੀ ਤੁਹਾਡੇ ਹਿਸਾਬ ਨਾਲ ਮੁੱਖ ਦੋਸ਼ੀ ਕੌਣ ਹੈ ਇਸ ਸਾਰੇ ਮਾਮਲੇ ਦੇ? ਮੁੱਖ ਦੋਸ਼ੀ ਸਾਹਿਬ ਮਹਿੰਦਰ ਸਿੰਘ, ਮਨਜੀਤ ਸਿੰਘ ਸਕੱਤਰ, ਸਾਹ ਰੂਪ ਸਿੰਘ, ਇਹ ਤਿੰਨੇ ਮੁੱਖ ਦੋਸ਼ੀ ਨੇ। ਤਿੰਨੇ ਮੁੱਖ ਦੋਸ਼ੀ? ਤਿੰਨੇ ਮੁੱਖ ਦੀ। ਮੈਂ ਇਹੋ ਬੇਨਤੀ ਕਰਦਾ ਜਿਹੜਾ ਮੌਕੇ ਦਾ ਪ੍ਰਧਾਨ ਆ ਵੀ ਇਨਕੁਆਇਰੀ ਇਹਨਾਂ ਦੀ ਹੋਣੀ ਚਾਹੀਦੀ ਹੈ। ਜਿਹਨੇ ਸਰੂਪ ਭੇਜੇ ਉਹਨਾਂ ਨੂੰ ਤਾਂ ਕੋਈ ਸਜ਼ਾ ਦਿੰਦੇ ਨਹੀਂ ਗੇ। ਉਹਨਾਂ ਨਜਾਇਜ਼ ਮੇਰੇ ਤੇ ਕਵਲਜੀਤ ਸਿੰਘ ਤੇ ਸੁੱਟੀ ਜਾਂਦੇ ਸਾਰੇ ਕੁਝ, ਕਿਉਂ ਸੁੱਟਦੇ ਨੇ? ਪਰ ਤੁਹਾਡੇ ਸਾਥੀ ਜਿਹੜੇ ਸੀਗੇ ਗੁਰਬਚਨ ਸਿੰਘ ਤੇ ਬਾਜ ਸਿੰਘ, ਉਹ ਵੀ ਬਾਰ-ਬਾਰ ਇਹੀ ਗੱਲ ਕਹਿੰਦੇ ਕਿ ਮੁੱਖ ਦੋਸ਼ੀ ਕਵਲਜੀਤ ਆ, ਸਾਨੂੰ ਨਹੀਂ। ਤੇ ਜੇ ਕਵਲਜੀਤ ਸਿੰਘ ਨੇ ਪੈਸਾ ਖਾਧਾ, ਕਵਲਜੀਤ ਤੇ ਕਹਿੰਦਾ ਵਾ ਵੀ ਜੇ 1 ਰੁਪਈਆ ਹੋਵੇ ਕਵਲਜੀਤ ਸਿੰਘ ਨਿਕਲ ਆਵੇ ਤੇ ਸਿੱਖ ਕੌਮ ਜਿੱਥੇ ਆਖੇ ਉੱਥੇ ਜਾਣ ਨੂੰ ਤਿਆਰ ਆ। ਹੁਣ ਤੁਸੀਂ ਜਿਹੜੀ ਸਜ਼ਾ ਦੇਵੇ ਮੈਂ ਉਹਨੂੰ ਤਿਆਰ ਆ। ਹੁਣ ਤੁਸੀਂ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਚੱਲ ਰਹੇ ਹੋ, ਤੁਹਾਨੂੰ ਲੱਗਦਾ ਕਿ ਇਹ ਤੁਹਾਨੂੰ ਇਨਸਾਫ ਦਿਵਾਉਣਗੇ? ਮੈਂ ਤਾਂ ਹਰ ਇੱਕ ਨੂੰ ਤੁਹਾਨੂੰ ਵੀ ਬੇਨਤੀ ਕਰਦਾ ਹਾਂ, ਜਿਹੜੇ ਪੱਤਰਕਾਰ ਜੀ ਇਹਨਾਂ ਨੂੰ ਬੇਨਤੀ ਕਰਦਾ ਵੀ ਮੈਨੂੰ ਇਨਸਾਫ ਦੀ ਪੁਕਾਰ ਮੇਰੀ ਕੋਈ ਵੀ ਸੁਣ ਲਵੇ। ਗੁਰੂ ਰਾਮਦਾਸ ਤੇ ਸੁਣਦਾ, ਪਰ ਬੰਦੇ ਵੀ ਸੁਣਨ ਮੌਕੇ ਵਾਲੇ। ਜਿਹੜਾ ਪ੍ਰਧਾਨ ਮੌਕੇ ਦਾ ਉਹ ਵੀ ਸੁਣੇ, ਕਿਉਂ ਨਹੀਂ ਸੁਣਦੇ? ਬੀਬੀ ਜਗੀਰ ਕੌਰ ਵੀ ਇਹੋ ਗੱਲ ਕਹਿੰਦੀ ਜੋ ਆਲੀ ਕਹਿੰਦਾ, ਮਨਜੀਤ ਸਿੰਘ ਕਹਿੰਦਾ, ਰੂਪ ਸਿੰਘ ਕਹਿੰਦਾ ਵੀ ਕਵਲਜੀਤ ਸਿੰਘ ਪੈਸੇ ਗਾ ਗਿਆ। ਉਹ ਕਵਲਜੀਤ ਸਿੰਘ ਪੈਸੇ ਗਾ ਗਿਆ, ਤੁਸੀਂ ਕੀ ਕਰਦੇ ਹੋ ਉੱਥੇ? ਕਾਹਦੀਆਂ ਤਨਖਾਹਾਂ ਲੈਂਦੇ ਹੋ? 2-2 ਲੱਖ ਰੁਪਏ 3-3 ਲੱਖ ਕਾਹਦੀਆਂ ਤਨਖਾਹਾਂ ਲੈਂਦੇ ਹੋ ਤੁਸੀਂ? ਜੇ ਕਵਲਜੀਤ ਸਿੰਘ ਨੇ ਪੈਸੇ ਖਾਧੇ ਆ ਤੇ ਇੱਕ ਸਰੂਪ ਦਾ ਰਸੀਦ ਕੱਟੀ ਦੀ ਆ। ਵੱਖ-ਵੱਖ ਗੁਰਦੁਆਰਿਆਂ ਦੇ ਅੰਦਰ ਰਸੀਦਾਂ ਦੇ ਪੈਸੇ ਆਉਂਦੇ, ਗੁਰਦੁਆਰਾ ਸਾਹਿਬ ਉੱਥੇ ਸਿੱਧੇ ਖਜ਼ਾਨਚੀ ਬ੍ਰਾਂਚ ਆਉਂਦੇ ਆ। ਤੇ ਕਵਲਜੀਤ ਸਿੰਘ ਪੈਸੇ ਕਿੱਥੋਂ ਖਾ ਗਿਆ? ਦੱਸੋ ਵੀ ਕਿੱਥੋਂ ਖਾਧੇ ਆ? ਇਹੋ ਆਖਦੇ ਕਵਲਜੀਤ ਸਿੰਘ ਪੈਸੇ ਖਾ ਕਿੱਥੋਂ ਖਾਧੇ ਆ? ਦੇਣ ਮੈਨੂੰ ਜਵਾਬ। ਤੇ ਜਾਂ ਫਿਰ ਸਰੂਪ ਪੂਰੇ ਕਰਨ ਦੇ ਸੰਗਤ ਨੂੰ ਦੱਸਣ ਸਰੂਪ ਕਿੱਥੇ ਗਏ ਆ। ਜੇ ਇਹ ਮੇਰੇ ਤੇ ਦਬਾਅ ਨਾ ਪਾਉਂਦੇ ਤਾਂ ਮੈਂ ਦੱਸਦਾ ਤੁਹਾਨੂੰ ਵੀ ਸਰੂਪ ਕਿਸ ਤਰ੍ਹਾਂ ਗਏ ਆ। ਪਰ ਮੈਨੂੰ ਇਹਨਾਂ ਨੇ ਦਬਾਅ ਪਾਇਆ ਵੀ ਇਹਨਾਂ ਆਖਿਆ ਵੀ ਜਿਹੜਾ ਵੀ ਬੰਦਾ ਆਉਂਦਾ ਸੀ ਸਰੂਪ ਲੈਣ ਵਾਸਤੇ ਕਵਲਜੀਤ ਸਿੰਘ ਨਾਲ ਗੱਲ ਕਰ ਲਓ ਜੀ, ਕਾਲ ਕਰ ਲਓ ਜੀ ਸਕੱਤਰ ਸਾਹਿਬ ਨਾਲ। ਉਹਨੇ ਆਖਣਾ 1 ਸਰੂਪ ਦੇ 2 ਸਰੂਪ ਦੇ ਤੂੰ ਪਰਚੇ ਲਿਖੀ ਜਾ, ਤੇਰਾ ਹਿਸਾਬ ਕਿਤਾਬ ਅਸੀਂ ਰਿਟਾਇਰਮੈਂਟ ਤੋਂ ਬਾਅਦ ਤੇਰਾ ਕਰ ਦੇਵਾਂਗੇ। ਪਰਚੀਆਂ ਕਿੱਥੇ ਗਈਆਂ? ਪਰਚੀਆਂ ਮੇਰੇ ਕੋਲ 3 ਦਿਨ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਨ ਡਿਆ ਵੀ ਮਹਿੰਦਰ ਸਿੰਘ ਆਲੀ ਪੀਏ ਮੌਕੇ ਦਾ, ਉਹਨੇ ਮੇਰੇ ਕੋਲ ਲਈਆਂ ਨੇ, ਤੇਰਾ ਹਿਸਾਬ ਕਿਤਾਬ ਕਰ ਦਈਏ। ਅੱਛਾ ਕਵਲਜੀਤ ਜੀ, ਪੰਜ ਸਾਹਿਬ ਇੱਕ ਸਵਾਲ ਹੈ, ਥੋੜਾ ਜਿਹਾ ਕੌੜਾ ਹੋ ਸਕਦਾ। ਕਵਲਜੀਤ ਜੀ, ਕਿਤੇ ਇਹ ਤਾਂ ਨਹੀਂ ਹੈਗਾ ਕਿ 30 ਤਰੀਕ ਨੂੰ ਆਲੀ ਸਾਹਿਬ ਰਿਟਾਇਰ ਹੋ ਰਹੇ ਨੇ ਤੇ ਤੁਸੀਂ ਉਸ ਰਿਟਾਇਰਮੈਂਟ ਦੇ ਉੱਤੇ ਇੱਕ ਵਿਵਾਦ ਬਣਾਉਣ ਵਾਸਤੇ ਅੱਜ ਬੋਲਦੇ ਹੋ? ਮੇਰੇ ਕੋਲ ਭਾਜੀ ਮੈਨੂੰ ਅੱਗੇ ਕਿਹਾ ਵਾ, ਅੱਗੇ ਮੈਂ ਵੀਡੀਓ ਪਾਈ ਆ ਆਪਣਾ ਉਹਦੇ 20 ਦੇ ਵਿੱਚ 9ਵੇਂ ਮਹੀਨੇ 18 ਤਰੀਕ ਦੀ, ਉਹਦੇ ਵਿੱਚ ਮੈਂ ਇਹੋ ਗੱਲ ਕਹੀ ਆ। ਮੈਂ ਵੀ ਪਰਚਿਆਂ ਦਾ ਹਿਸਾਬ ਕਿਤਾਬ ਕਿਉਂ ਨਹੀਂ ਦਿੰਦੇ ਸੰਗਤ ਨੂੰ? ਜਿਹੜਾ ਮੋਰਚਾ ਲਾਇਆ ਇਹਨਾਂ ਨੂੰ ਹਿਸਾਬ ਕਿਤਾਬ ਦੇਣ, ਦੱਸਣ ਇਹਨਾਂ ਨੂੰ, ਤੇ ਆਪਾਂ ਆਪਣੇ ਘਰਾਂ ਨੂੰ ਜਾਣ। ਮੈਂ ਉਦੋਂ ਵੀ ਗੱਲ ਕਹੀ, ਹੁਣ ਵੀ ਗੱਲ ਇਹੋ ਕਹਿਣਾ ਵਾ ਵੀ ਪਰਚਿਆਂ ਦਾ ਹਿਸਾਬ ਕਿਤਾਬ ਦੇਣ ਤੇ ਸੰਗਤ ਨੂੰ ਪਤਾ ਲੱਗੇ ਵੀ ਸਰੂਪ ਕਿੱਥੇ ਗਏ ਆ।